ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠਾ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠਾ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਹੋਮੈ ਮੈਲ ਨਾ ਚੁਕਈ, ਨਾਮ ਨਾ ਲੱਗੈ ਪਿਆਰ। ਇਕ ਆਪੇ ਬਖਸ਼ ਮਿਲਾਇਨ, ਦੁਬਿਧਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਇਕ ਆਪੇ ਬਖਸ਼ ਮਿਲਾਇਨ, ਦੁਬਿਧਾ ਤਜ ਵਿਕਾਰ। ਨਾਨਕ ਇਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬੇ ਕਮਾਲ, बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरामतमयी रखे हथ का सदका जीवन का अज का दिन भी प्राप्त होया है। और इस नवे दिन की जो नवे जन्म समान है, शुरुआत करन दा बल भी साहिब जी ने नजरे इनायत करदियां इस ब्रह्मंड दे सब तो रूहानी अस्थान, पवित्र अस्थान, जिउंदे जागदे सुनदे ते बोलदे हुए अस्थान सचखंड श्री हरमंदर जी महान पवित्र फिजा विच बख्शिश कीता है।
ਸਤਿਗੁਰੂ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਨੇ ਪ੍ਰੇਮ ਸਹਿਤ ਸਰਵਣ ਕੀਤੇ ਹਨ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾ ਪਾਵਨ ਹੁਕਮਨਾਮੇ ਦਾ ਪਾਠ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅਧਿਆਤਮਕ ਜਗਤ ਦੇ ਮਹਾਨ ਬਚਨਾਂ ਦੀ ਵਿਆਖਿਆ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਗਲਵੱਕੜੀ ਕਰਦਿਆਂ ਕਦਮਬੋਸੀ ਕਰਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਬੋਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਹੰਸ ਕੀ ਵਾਰ ਦੇ ਸਮਾਪਨਤਾ ਵਾਲੇ ਪਾਵਨ ਬੋਲ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 594 ਨੰਬਰ ਪਾਵਨ ਅੰਗ ਤੇ ਬਿਰਾਜਮਾਨ ਨੇ, ਜਿਨ੍ਹਾਂ ਦੇ ਨਾਲ 2 ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਤੇ 5 ਪੰਕਤੀਆਂ ਦੀ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ, ਜਿਨ੍ਹਾਂ ਵਿੱਚ ਆਪ ਫਰਮਾਨ ਕਰਦੇ ਨੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ, ਜਨ ਨਾਨਕ ਗੁਰਮੁਖ ਹਰ ਲਹੀਐ। ਸਾਡੇ ਜੀਵਨ ਦੇ ਮਕਸਦ ਨੂੰ ਜੇ ਦੇਖੀਏ ਤਾਂ ਸਾਡੇ ਜੀਵਨ ਦਾ ਮਕਸਦ ਨਿਹਾਇਤ ਇੱਕੋ ਹੀ ਹੈ, ਔਰ ਉਹ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਣਾ, ਉਸ ਵਿੱਚ ਲੀਨ ਹੋ ਜਾਣਾ। ਇਸ ਤੋਂ ਇਲਾਵਾ ਜੀਵਨ ਦਾ ਹੋਰ ਕੋਈ ਮਕਸਦ ਦਿਖਾਈ ਨਹੀਂ ਪੈਂਦਾ। ਇਹ ਗੱਲ ਵੱਖਰੀ ਹੈ, ਕੁਝ ਮਨੁੱਖਾਂ ਨੇ ਜੀਵਨ ਦਾ ਮਕਸਦ ਸਫਲਤਾ ਪ੍ਰਾਪਤੀ ਤੇ ਲਕਸ਼ ਦੁਨਿਆਵੀ ਪਦਾਰਥਾਂ ਨੂੰ ਜਾਣ ਲਿਆ ਹੋਵੇ ਕਿ ਬਹੁਤ ਵੱਡਾ ਮਕਾਨ ਪ੍ਰਾਪਤ ਹੋ ਗਏ ਤੇ ਜੀਵਨ ਸਫਲ ਹੋ ਗਿਆ। ਕੁਝ ਵੱਡੀਆਂ ਵੱਡੀਆਂ ਐਫਡੀਆਂ ਹੋ ਗਈਆਂ, ਧਨ ਦੀ ਪ੍ਰਾਪਤੀ ਹੋ ਗਈ, ਜੀਵਨ ਸਫਲ ਹੋ ਗਿਆ। ਬਈ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਰਹੀ, ਮੇਰੇ ਕੋਲ ਆਪਣੇ ਜੋਗਾ ਸਭ ਕੁਝ ਹੈਗਾ। ਕੋਈ ਬਹੁਤ ਵੱਡਾ ਮਾਣ ਸਨਮਾਨ ਮਿਲ ਗਿਆ, ਸੋਚਿਆ ਜੀਵਨ ਦੀ ਸਫਲਤਾ ਮਿਲ ਗਈ ਹੈ, ਵੱਡੀ ਸਿਖਰ ਦੀ ਪਦਵੀ ਤੇ ਪਹੁੰਚ ਗਿਆ। ਕੋਈ ਦੁਨੀਆਦਾਰੀ ਦਾ ਬਹੁਤ ਵੱਡਾ ਮੁਕਾਮ ਹਾਸਲ ਹੋ ਗਿਆ, ਕੋਈ ਸਿੰਘਾਸਣ ਹਾਸਲ ਹੋ ਗਿਆ, ਤੇ ਮਨ ਵਿੱਚ ਸੋਚਣ ਲੱਗਿਆ ਮੈਂ ਤੇ ਆਪਣੇ ਜੀਵਨ ਦੀ ਸਿਖਰਤਾ ਵਾਲੀ ਮਹਾਨ ਕਾਮਯਾਬੀ ਹਾਸਲ ਕਰ ਲਈ। ਇਹਨਾਂ ਅੰਮ੍ਰਿਤ ਪੰਕਤੀਆਂ 'ਚ ਗੁਰੂ ਰਾਮਦਾਸ ਮਹਾਰਾਜ ਸਾਡਾ ਧਿਆਨ ਦਿਵਾਉਂਦੇ ਨੇ, ਪੁਰਖਾ
ਇਹ ਬਾਕੀ ਸਭ ਕੁਝ ਆਉਣਾ ਜਾਣਾ ਹੈ। ਕੁਝ ਦ੍ਰਿਸ਼ ਆ ਜਾਂਦੇ ਨੇ, ਕੁਝ ਦ੍ਰਿਸ਼ ਚਲੇ ਜਾਂਦੇ ਨੇ। ਕੁਝ ਵਸਤੂਆਂ ਆ ਜਾਂਦੀਆਂ ਨੇ, ਕੁਝ ਵਸਤੂਆਂ ਫਿਰ ਚਲੀਆਂ ਜਾਂਦੀਆਂ ਨੇ। ਪਰ ਜੀਵਨ ਦੀ ਸਫਲਤਾ, ਮੰਜ਼ਿਲੇ ਮਕਸੂਦ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈਗਾ। ਉਹਦੇ ਨਾਲ ਲੀਨ ਹੋ ਜਾਣਾ, ਉਹਦੇ ਨਾਲ ਅਭੇਦ ਹੋ ਜਾਣਾ ਹੈ। ਇਹਨਾਂ ਪਾਵਨ 21 ਪੌੜੀਆਂ 43 ਸ਼ਲੋਕਾਂ ਵਿੱਚ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸ਼ਲੋਕ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਵਿਦਮਾਨ ਨੇ, ਸੁਭਾਏਮਾਨ ਨੇ। ਇਸ ਸਾਰੀ 21 ਪੌੜੀਆਂ 43 ਸ਼ਲੋਕਾਂ ਦਾ ਤਤਸਾਰ ਮਹਾਰਾਜ ਨੇ ਇਸ ਪਾਵਨ ਪੰਕਤੀ ਵਿੱਚ ਬਿਆਨ ਕੀਤਾ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਭਾਵ ਜੀਵਨ ਦੇ ਹਰ ਸਮੇਂ, ਭਾਵੇਂ ਚੱਲ ਰਿਹਾ ਹੈ, ਬੈਠਾ ਹੈ ਜਾਂ ਸੁੱਤਾ ਹੋਇਆ ਵੀ, ਸਰੀਰ ਆਰਾਮ ਵੀ ਕਰਦਾ ਪਿਆ, ਪਰ ਹੈ ਔਖਾ। ਮਨੁੱਖ ਇੱਥੇ ਜੋ ਸ਼ੁਰੂਆਤ ਵਾਲਾ ਹੈ ਸਵਾਲ ਕਰ ਸਕਦਾ ਹੈ, ਬਈ ਚਲੋ ਬਹਿੰਦਿਆਂ ਕੋਈ ਜਪ ਸਕਦਾ ਹੈ, ਚਲਦਿਆਂ ਫਿਰਦਿਆਂ ਜਪ ਸਕਦਾ ਹੈ, ਪਰ ਸੁੱਤਿਆਂ ਹੋਇਆਂ ਤੇ ਆਪਣਾ ਨਾਮ ਵੀ ਚੇਤੇ ਨਹੀਂ ਰਹਿੰਦਾ। ਪਰਮਾਤਮਾ ਦਾ ਨਾਮ ਕਿੱਥੋਂ ਜਪਿਆ ਜਾਏਗਾ? ਸੁੱਤਿਆਂ ਹੋਇਆਂ ਤੇ ਆਪਣਾ ਮੁਕਾਮ ਯਾਦ ਨਹੀਂ ਰਹਿੰਦਾ, ਐਡਰੈਸ, ਪਤਾ, ਪਿੰਡ, ਨਗਰ, ਮੁਹੱਲਾ ਕੁਛ ਯਾਦ ਨਹੀਂ ਰਹਿੰਦਾ। ਆਪਣੀ ਉਮਰ ਵੀ ਯਾਦ ਨਹੀਂ ਰਹਿੰਦੀ, ਵੀ ਮੈਂ ਬਚਪਨ ਵਿੱਚ ਆ ਕੇ, ਜਵਾਨੀ 'ਚ ਆ ਕੇ, ਬਿਰਧ ਅਵਸਥਾ ਵਿੱਚ ਹਾਂ, ਰੋਗੀ ਆ ਕਿ ਤੰਦਰੁਸਤ ਹਾਂ। ਆਪਣੇ ਸਰੀਰ ਬਾਰੇ ਵੀ ਕੋਈ ਖਿਆਲ ਨਹੀਂ ਰਹਿੰਦਾ, ਵੀ ਮੈਂ ਇਸਤਰੀ ਹਾਂ ਕਿ ਪੁਰਸ਼ ਹਾਂ। ਸੁੱਤਿਆਂ ਤੇ ਬੰਦਾ ਟੋਟਲੀ ਡਿਸਕਨੈਕਟ ਹੁੰਦਾ ਹੈ। ਇਸ ਲਈ ਸ਼ੁਰੂਆਤ ਵਾਲਾ ਮਨੁੱਖ, ਬਿਗਨਰ, ਇਹ ਸਵਾਲ ਕਰ ਸਕਦਾ ਹੈ, ਬਈ ਸੁੱਤਿਆਂ ਕਿਵੇਂ ਹੋ ਸਕਦਾ? ਚਲੋ ਬਹਿੰਦਿਆਂ ਹੋ ਜਾਏ, ਚਲਦਿਆਂ ਫਿਰਦਿਆਂ ਹੋ ਜਾਏ, ਭੋਜਨ ਕਰਦਿਆਂ ਹੋ ਜਾਏ। ਪਰ ਮਹਾਰਾਜ ਕਹਿੰਦੇ ਨੇ ਅਭਿਆਸ ਬਣ ਜਾਂਦਾ। ਜਪਦਿਆਂ ਜਪਦਿਆਂ ਇੱਕ ਐਸੀ ਮਹਾਨ ਅਵਸਥਾ ਪ੍ਰਾਪਤ ਹੁੰਦੀ ਹੈ ਕਿ ਸੁੱਤਿਆਂ ਵੀ ਜਾਪ ਤੇ ਚੱਲਦਾ ਹੀ ਰਹਿੰਦਾ। ਕਈ ਐਸੇ ਜਪਣ ਵਾਲੇ ਮਹਾਂਪੁਰਖਾਂ ਬਾਰੇ, ਗੁਰਸਿੱਖਾਂ ਬਾਰੇ ਪੜ੍ਹਨ ਨੂੰ, ਸੁਣਨ ਨੂੰ ਪ੍ਰਾਪਤ ਹੋਇਆ ਕਿ ਸੁੱਤਿਆਂ ਹੋਇਆਂ ਵੀ ਉਹਨਾਂ ਦੇ ਰੋਮ ਰੋਮ 'ਚੋਂ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਰਹੀ। ਇਹ ਮਹਾਨ ਬਰਕਤ ਪ੍ਰਾਪਤ ਹੋ ਜਾਂਦੀ ਹੈ। ਜਦ ਨਾਮ ਨਾਲ ਪ੍ਰੇਮ ਬਣ ਜਾਂਦਾ ਹੈ ਤੇ ਫਿਰ ਪ੍ਰੇਮ ਵਿੱਚ ਇਹ ਅਵਸਥਾ ਪ੍ਰਗਟ ਹੋ ਜਾਂਦੀ। ਔਰ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਬੋਧ ਨਹੀਂ ਹੁੰਦਾ ਬਈ ਇਹ ਅਵਸਥਾ ਮੇਰੇ ਕੋਲ ਹੈ ਕਿ ਨਹੀਂ ਹੈ। ਉਹ ਕਦੀ ਤਸਲੀਮ ਨਹੀਂ ਕਰਦੇ ਬਈ ਐਸਾ ਮੇਰੇ ਨਾਲ ਹੋਇਆ ਜਾਂ ਐਸਾ ਮੇਰੇ ਨਾਲ ਹੋ ਰਿਹਾ ਹੈ। ਉਹ ਪੂਰਨ ਆਨੰਦ ਵਿੱਚ ਜੀਵਦੇ ਨੇ, ਰਸ ਵਿੱਚ ਜੀਵਦੇ ਨੇ। ਐਸੇ ਮਨੁੱਖਾਂ ਦੀ ਅਵਸਥਾ ਸਤਿਗੁਰੂ ਬਿਆਨ ਕਰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹਨਾਂ ਦਾ ਜੀਵਨ ਧਨ ਹੋ ਗਿਆ, ਜਿਹੜੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਨਾਮ ਨਾਲ ਜੁੜੇ ਰਹਿੰਦੇ ਨੇ ਤੇ ਜੀਵਨ ਦੀ ਮੰਜ਼ਿਲ ਮਿਲ ਜਾਂਦੀ ਹੈ। ਜਨ ਨਾਨਕ ਗੁਰਮੁਖ ਹਰ ਲਈ ਹੈ। ਪਾਰ ਬ੍ਰਹਮ ਪਰਮੇਸ਼ਵਰ ਪ੍ਰਾਪਤ ਹੋ ਜਾਂਦਾ ਹੈ। ਬੜੇ ਗਹਿਰੇ ਤੇ ਰਸ ਲਬਰੇਜ਼ ਬੋਲ ਨੇ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ। ਉਸ ਤੋਂ ਪਹਿਲਾਂ 2 ਬੋਲ ਗੁਰੂ ਅਮਰਦਾਸ ਮਹਾਰਾਜ ਜੀ ਦੇ। ਆਓ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਨਾਲੇ ਪਾਠ ਵੀ ਸਰਵਣ ਕਰੀਏ ਤੇ ਨਾਲੇ ਅਖਰੀ ਅਰਥ ਵੀ ਸਰਵਣ ਕਰੀਏ। ਪੇਸ਼ਤਰ ਇੱਕ ਦਫਾ ਜਿਤਨੇ ਬੈਠੇ ਹੋ, ਮਹਾਰਾਜ ਗੁਰੂ ਰਾਮਦਾਸ ਜੀ ਦੇ ਚਰਨ ਆਪਣੀ ਰਸਨਾ ਤੇ ਪਾਉਂਦਿਆਂ ਹੋਇਆਂ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇਹ ਸ਼ਲੋਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਉਹਨਾਂ ਦੇ ਪਾਵਨ ਕੰਠ ਤੋਂ ਪਾਰਬ੍ਰਹਮ ਪਰਮੇਸ਼ਵਰ ਦੀ ਆਵਾਜ਼ ਗੂੰਜੀ ਹੈ। ਐਸੀ ਮਨੁੱਖ ਦੇ ਮਨ ਦੀ ਅਵਸਥਾ ਹੁੰਦੀ ਹੈ, ਕੋਈ ਮਨੁੱਖ ਬੋਲਦਾ ਹੈ ਤੇ ਉਹਦੇ ਕੰਠ ਤੋਂ ਕ੍ਰੋਧ ਦੀ ਆਵਾਜ਼ ਪ੍ਰਗਟ ਹੁੰਦੀ, ਕ੍ਰੋਧ ਬੋਲਦਾ ਹੈ। ਦੂਰੋਂ ਹੀ ਪਤਾ ਚੱਲ ਜਾਂਦਾ ਹੈ ਵੀ ਇਹਦੇ ਕੋਲ ਥੋੜ੍ਹਾ ਜਿਹਾ ਦੂਰ ਹੀ ਰਹੋ, ਇਹ ਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਪਿਆ। ਜਿਵੇਂ ਸੜਦੇ ਹੋਏ ਅਸਥਾਨ ਤੇ ਸੜਦੇ ਹੋਏ ਜੰਗਲ ਵਿੱਚ ਕੋਈ ਸਲਾਂਗ ਨਹੀਂ ਨਾ ਲਗਾਉਂਦਾ, ਇਸ ਤਰ੍ਹਾਂ ਕ੍ਰੋਧੀ ਕੋਲੋਂ ਵੀ ਲੋਕੀ ਦੂਰ ਰਹਿੰਦੇ ਨੇ ਬਈ ਥੋੜ੍ਹਾ ਜਿਹਾ ਦੂਰ ਰਹੋ, ਇਹ ਕ੍ਰੋਧ ਇਸ ਵਿੱਚ ਬੋਲਦਾ ਪਿਆ। ਕਈਆਂ ਵਿੱਚ ਵਾਸਨਾ ਬੋਲਦੀ ਹੈ, ਹੰਕਾਰ ਬੋਲਦਾ ਹੈ। ਔਰ ਕਈ ਦਫਾ ਐਸਾ ਜੀਵਨ ਵਿੱਚ ਮਹਾਨ ਕ੍ਰਿਸ਼ਮਾ ਨਾਜ਼ਲ ਹੁੰਦਾ ਹੈ ਕਿ ਫਿਰ ਉਸ ਕੰਠ ਤੋਂ ਨਿਰੰਕਾਰ ਬੋਲਦਾ ਹੈ। ਮਹਾਰਾਜ ਗੁਰੂ ਨਾਨਕ ਖੁਦ ਇਸ ਗੱਲ ਨੂੰ ਤਸਲੀਮ ਕਰਦੇ ਹੋਏ ਇਹ ਮਹਾਨ ਬਚਨ ਸਾਡੀ ਝੋਲੀ 'ਚ ਪਾਉਂਦੇ ਨੇ। ਕਹਿੰਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਅਸੀਂ ਨਹੀਂ ਬੋਲਦੇ, ਇਹ ਲਾਲੋ ਹੁਣ ਤੇ ਪ੍ਰਮਾਤਮਾ ਹੀ ਬੋਲਦਾ ਹੈ। ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਪਾਰ ਬ੍ਰਹਮ ਪਰਮੇਸ਼ਵਰ ਬੋਲਦਾ ਹੈ ਉਹ ਸਾਡੀ ਰਸਨਾ ਤੋਂ, ਸਾਡੇ ਕੰਠ ਤੋਂ ਪ੍ਰਗਟ ਹੋ ਜਾਂਦਾ ਹੈ। ਅਸੀਂ ਉਸ ਨੂੰ ਬੋਲਣ ਦਿੱਤਾ ਹੈ। ਸਾਡਾ ਜੀਵਨ ਤਾਂ ਆਮ ਕਰਕੇ ਇਹੋ ਜਿਹਾ ਹੁੰਦਾ ਹੈ, ਅਸੀਂ ਬਾਕੀ ਸਭ ਕੁਝ ਨੂੰ ਬੋਲਣ ਦਿੰਦੇ ਹਾਂ, ਨਿਰੰਕਾਰ ਨੂੰ ਨਹੀਂ ਬੋਲਣ ਦਿੰਦੇ। ਮਹੱਲਾ ਤੀਜਾ ਗੁਰੂ ਨਾਨਕ ਦੇਵ ਜੀ ਦੇ ਤੀਜੇ ਜਾਮੇ ਦਾ ਲਖਾਇਕ ਹੈ। ਇਹ ਪਾਵਨ ਉੱਤਮ ਸ਼ਲੋਕ ਸਾਧ ਕੇ ਬਚਨ, ਅਮੁਲੀਕ ਲਾਲ ਇਹ ਰਤਨ। ਸਰਵਣ ਕਰੀਏ। ਹਾਂਜੀ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਮਹਾਰਾਜ ਫਰਮਾਨ ਕਰਦੇ ਨੇ, ਗੁਰੂ ਨੂੰ ਸਾਰਾ ਜਗਤ ਨੇਤਰਾਂ ਨਾਲ ਦੇਖਦਾ ਹੈ। ਜਿਤਨਾ ਜਗਤ ਹੈ, ਸੰਸਾਰ ਹੈ, ਉਹ ਦੇਖਦਾ ਹੈ, ਦਰਸ਼ਨ ਕਰਦਾ ਹੈ। ਤੇ ਜਦੋਂ ਜਿਤਨੀ ਦੇਰ ਗੁਰੂ ਸ਼ਬਦ ਨਾਲ ਜੁੜਿਆ ਨਾ ਜਾਵੇ, ਉਤਨੀ ਦੇਰ ਦਰਸ਼ਨ ਦਾ ਲਾਭ ਨਹੀਂ ਆਉਂਦਾ। ਨਿਰਾ ਦਰਸ਼ਨ ਕਰਨ ਵਾਲਾ ਤੇ ਵਿਰੋਧ ਵੀ ਕਰ ਸਕਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਨ੍ਹਾਂ ਨੇ ਨਿਰਾ ਦਰਸ਼ਨ ਕੀਤਾ ਸਰੀਰ ਦਾ, ਉਹ ਪੱਥਰ ਲੈ ਕੇ ਮਾਰਨ ਵਾਸਤੇ ਵੀ ਆਏ। ਦੂਰ ਕਿਉਂ ਜਾਈਏ? ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਖਾਸ ਅਹਿਮੀਅਤ ਰੱਖਦਾ ਹੈ। ਜੂਨ 1984 ਵਿੱਚ ਇੱਕ ਵੱਡਾ ਭਿਆਨਕ ਹਾਦਸਾ ਦਰਬਾਰ ਸਾਹਿਬ ਵਿੱਚ ਕਹਿਰ ਬਣ ਕੇ ਵਾਪਰਿਆ। ਸਾਰੇ ਅਫਸਰ, ਸਾਰੇ ਵਜ਼ੀਰ, ਅਮੀਰ ਗੁਰੂ ਰਾਮਦਾਸ ਨੂੰ ਦੇਖਦੇ ਤਾਂ ਰੋਜ਼ ਹੀ ਸਨ। ਉਸ ਮੌਕੇ ਦੀ ਮਰਹੂਮ ਪ੍ਰਾਈਮ ਮਿਨਿਸਟਰ, ਉਹ ਵੀ ਕਈ ਦਫਾ ਦਰਬਾਰ ਸਾਹਿਬ ਆਏ ਸਨ, ਉਹ ਵੀ ਦੇਖਦੇ ਸਨ। ਪਰ ਦੇਖਣ ਨਾਲ ਤੇ ਅਹਿਮੀਅਤ ਸਮਝ ਵਿੱਚ ਨਹੀਂ ਆਉਂਦੀ ਬਈ ਅਸਥਾਨ ਦੀ ਮਹਿਮਾ ਕੀ ਹੈ, ਸ਼ਾਨ ਕੀ ਹੈ, ਵਡਿਆਈ ਕੀ ਹੈ ਤੇ ਮਹੱਤਵ ਕੀ ਹੈ।
जितनी देर विचार ना पल्ले पवे, समझ ना आवे, उतनी देर बिना देखण बिना विचार तो देखना कोई खास नहीं आउंदा। उस बारे पछाण ना होवे, समझ ना होवे, थानू पछाण नहीं है तो तुसी कहोगे बड़े लोग आए सन, बड़ी भीड़ सी, बड़ा इकट्ठ सी, तिल मारिया जमीन ते नहीं डिगदा सी, क्योंकि पछाण नहीं किसी दी भी कौन कौन आया। ते जिस दी पछाण होवेगी तुसी कहोगे फलाना बंदा भी आया होया, क्योंकि समझ हैगी है कौन है, उहदा महत्व पता है कौन है। अदरवाइज बहुता इकट्ठ साडे लई भीड़ हुंदा है, होर कुछ भी नहीं आउंदा। समझ आई, एक हाजी सी मक्का मुनव्वरा दा हज करन वाला, मुहम्मद मस्कीन करके उहदा नाम सी। उसनूं कोई 18 मण चंदन प्राप्त होया ते ओह बार बार अल्लाहू अल्लाहू करदा होया उसनूं तराशदा रहा ते बारीक तारां बना के उसने एक चौर तैयार कर लिया। बड़ी मेहनत लगी होवेगी, कई साल लगे होवणगे, बड़ा जागिया होवेगा, बड़ा तरद्दद कीता होवेगा ते इतनी बारीकी नाल तराशिया कि उस चंदन नूं उसने एक एक तार वांगू बना लिया, जिवें चौर साहिब जी दियां ये तारां होंदियां ने। ते उसनूं बड़ी हिफाजत नाल लपेट के संभाल के, उस तो बिना शायद कोई होर संभाल भी ना सकदा उस तरह, क्योंकि उन्हें तो एक एक तार नूं इस तरह जन्म दिता जिवें कोई मां अपने बच्चे नूं जन्म देंदी। बड़ी मेहनत लगी, बड़ी एकाग्रता लगी, बड़ा जप किया उसने बनाउंदियां होइयां ते कई धर्म अस्थानां ते लैके गया बई इत्थे भेंट करना है। पर सब जगह गया, देखिया ते देखण तो बाद उसका मन ना मन्निया। मैं बड़ी मेहनत नाल बनाया पर इत्थे मैं भेंट नहीं करना, मुल वेचण वास्ते नहीं गया। बई बाजार विच वेच आवां, किसी राजे महाराजे नूं वेचदा तो बथेरा मुल भी मिल जाता। उदास ते निराश बैठा सी ते किसी ने उसनूं देख लिया, होएगा कोई थोड़े वर्गा प्यार भरिया हिरदा रखण वाला, श्री दरबार साहब जी का सत्कार करने वाला। उसने कहा है हाजी तू नाराज उदास क्यों है? आखण लगा बड़ी मेहनत की है, बड़ी मुशक्कत की है, बड़े ध्यान नाल एकाग्रता नाल ते जपदियां होया चौर तैयार किया, पर अफसोस ऐसा थां नहीं मिलिया जिथे मैं चौर भेटा कर सका, नज़र कर सका। तो उस सज्जन ने कहा तू श्री दरबार साहिब अमृतसर भी गया है? उसने कहा उत्थे ताजे जाना नसीब नहीं होया, मैं सुनिया तो है पर गया नहीं हाँ। तो उस सज्जन ने कहा फिर मैं नहीं कहता बई जा उत्थे भेंट करया, मैं इतना कहना तू उत्थे एक बारी जा आ, एक बारी दीदार करके आ। तो अपना चौर नाल हिफाजत नाल लपेट के संभाल के इस तरह नाल संभालिया कि चलदियां होया एक मामूली झटका भी ना पवे, ताकि कोई तार टुट ना जावे। ते फिर सफ़र करके इत्थे आ पहुंचया जिथे तुसी बैठे होए, जिथे तुसी नतमस्तक हो के आए हो, जिथे तुसी आशा की वार रोज सुनते हो। श्री दरबार साहब आ गया ते अगे बाणी दा कीर्तन चल रहा सी। अवल अल्लाह नूर पाया कुदरत के सब बंदे, एक नूर ते सब जग उपजया, कौन भले को मंदे। ते हाजी मुहम्मद मिसकीन बहुत रोया, आखिया खुदा जिन्नी मेहनत तू चौर बनवाण विच लाई है, उन्नी मेहनत तू अस्थान लभण विच भी ला दिती है।
ਬੜੀ ਮੁਹੱਬਤ ਨਾਲ ਇੱਕ ਇੱਕ ਤਾਰ ਤਿਆਰ ਕੀਤੀ ਤੇ ਬੜਾ ਵਕਤ ਲੱਗਿਆ, ਪਰ ਖੁਦਾ ਹੁਣ ਇਹ ਤੇਰਾ ਘਰ ਲੱਭਣ ਵਿੱਚ ਵੀ ਬੜਾ ਵਕਤ ਲੱਗ ਗਿਆ। ਹੁਣ ਤਾਂ ਮੈਂ ਸੋਚਦਾ ਹਾਂ ਕਿ ਚੌਰ ਹੀ ਇੱਥੇ ਭੇਟਾ ਨਹੀਂ ਕਰਨਾ, ਆਪਣਾ ਜੀਵਨ ਵੀ ਇੱਥੇ ਹੀ ਭੇਟਾ ਕਰ ਦੇਣਾ। ਤੇ ਕਾਰਨ ਕੀ ਹੈ? ਸਾਧ ਸੰਗਤ ਨਿਰਾ ਦੀਦਾਰ ਨਹੀਂ ਕੀਤਾ, ਸਮਝ ਵੀ ਆਈ ਮੈਂ ਆਇਆ ਕਿੱਥੇ, ਮੈਂ ਬੈਠਾ ਕਿੱਥੇ, ਇਹ ਥਾਂ ਕਿਹੜੀ ਹੈ, ਸਮਝ ਆ ਗਈ। ਤੇ ਜੀਵਨ ਭੇਟਾ ਕਰਨ ਤੱਕ ਆਇਆ, ਜੀਵਨ ਸਦਕੇ ਕਰਨ ਤੱਕ ਆਇਆ। ਪਰ ਜੇ ਸਮਝ ਨਹੀਂ ਆਈ ਤੇ ਕੋਈ ਟੈਂਕ ਲੈ ਕੇ ਵੀ ਆਇਆ, ਕੋਈ ਤੋਪਾਂ ਲੈ ਕੇ ਵੀ ਆਇਆ। ਕਿਸੇ ਨੇ ਫੁੱਲ ਭੇਟਾ ਕੀਤੇ, ਫੁੱਲ ਬਰਸਾਏ ਤੇ ਸਮਝ ਨਹੀਂ ਆਈ ਤੇ ਕਿਸੇ ਨੇ ਗੋਲੇ ਵੀ ਬਰਸਾਏ। ਇਹ ਸਮਝ ਦੀ ਗੱਲ ਹੈਗੀ ਹੈ। ਇਸ ਲਈ ਮੇਰੇ ਸਾਹਿਬ ਕਹਿੰਦੇ ਨੇ ਨਿਰਾ ਦੇਖਣ ਨਾਲ ਗੱਲ ਨਹੀਂ ਬਣਦੀ, ਵਿਚਾਰ ਕਰਨ ਨਾਲ ਗੱਲ ਬਣਦੀ ਹੈ। ਸਤਿਗੁਰੂ ਨੂੰ ਸਭ ਕੋ ਵੇਖਦਾ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਬਸ ਇਸ ਤਰ੍ਹਾਂ ਹੀ ਦੇਖਿਆ ਜਿਵੇਂ ਜਗਤ ਨੂੰ ਦੇਖਿਆ ਹੋਵੇ, ਸੰਸਾਰ ਨੂੰ ਦੇਖਿਆ ਹੋਵੇ। ਕੋਈ ਵਿਰਲੇ ਵਿਰਲੇ ਹਨ ਜੋ ਮਹਾਰਾਜ ਜੀ ਦੇ ਨਾਮ ਨਾਲ ਜੁੜ ਜਾਂਦੇ ਨੇ, ਵਿਚਾਰਸ਼ੀਲਤਾ ਨਾਲ ਜੁੜ ਜਾਂਦੇ ਨੇ। ਸਰਵਣ ਕਰੀਏ। ਹਾਂਜੀ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਿਰਫ ਦੇਖਣ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਮਿਲਦੀ। ਵਿਕਾਰ, ਅਹੰਕਾਰ, ਤਕਰਾਰ, ਇਸ ਤੋਂ ਮੁਕਤੀ ਖਲਾਸੀ ਨਹੀਂ ਮਿਲਦੀ ਕਿਤਨੀ ਦੇਰ ਤੱਕ, ਜਦ ਤੱਕ ਗੁਰੂ ਦੇ ਬਚਨਾਂ ਦੀ ਵਿਚਾਰ ਨਾ ਕਰੇ। ਤੇ ਵਿਚਾਰ ਕਰਨਾ ਕਿਤੇ ਨਾ ਸਮਝ ਲੈਣਾ ਬਈ ਬੜਾ ਲੇਖ ਲਿਖ ਦੇਵੇ, ਚਲੋ ਮੁਬਾਰਕ ਹੈ, ਬੜੀ ਕਥਾ ਸੁਣਾ ਦੇਵੇ, ਚਲੋ ਮੁਬਾਰਕ ਹੈ। ਇੱਥੇ ਵਿਚਾਰ ਕਰਨ ਤੋਂ ਭਾਵ ਹੈ ਆਪਣੇ ਜੀਵਨ ਵਿੱਚ ਉਸ ਨੂੰ ਧਾਰਨ ਕਰ ਲੈਣਾ। ਸਾਡੀ ਬਹੁ ਗਿਣਤੀ ਸਿਰਫ ਦਰਸ਼ਨ ਕਰਨ ਵਾਲੀ, ਵਿਚਾਰ ਕਰਨ ਵਾਲੀ ਨਹੀਂ। ਤੇ ਜਿਤਨੀ ਦੇਰ ਵਿਚਾਰ ਕਰਨ ਵਾਲਾ ਹਿਰਦਾ ਨਾ ਬਣੇ, ਮਹਾਰਾਜ ਕਹਿੰਦੇ ਨੇ ਕੱਲੇ ਦਰਸ਼ਨ ਨਾਲ ਮੁਕਤੀ ਨਹੀਂ ਹੋਵੇਗੀ। ਚਲੋ ਸੁੱਖ ਮਿਲ ਜਾਣਗੇ, ਚਲੋ ਪਦਾਰਥ ਮਿਲ ਜਾਣਗੇ, ਚਲੋ ਵਡਿਆਈਆਂ ਮਿਲ ਜਾਵਣਗੀਆਂ, ਪਰ ਬਾਰ-ਬਾਰ ਦੇ ਜੰਮਣ ਮਰਨ ਤੋਂ, ਬਾਰ-ਬਾਰ ਦੇ ਕਸ਼ਟ ਤੋਂ, ਵਿਕਾਰਾਂ ਤੋਂ ਮੁਕਤੀ ਉਤਨੀ ਦੇਰ ਤੱਕ ਨਹੀਂ ਹੋਵੇਗੀ ਜਿਤਨੀ ਦੇਰ ਜੀਵਨ 'ਚ ਧਾਰਨ ਨਹੀਂ ਕਰਦਾ। ਹੋਮੈ ਮੈਲ ਨਾ ਚੁੱਕਈ, ਨਾਮ ਨਾ ਲੱਗੈ ਪਿਆਰ। ਸਾਡਾ ਇੱਕ ਸੁਭਾਅ ਹੈ ਬਈ ਸਾਨੂੰ ਬਸਤਰ ਸਾਫ਼ ਚਾਹੀਦੇ ਨੇ। ਮਾੜਾ ਜਿਹਾ ਦਾਗ ਲੱਗ ਜਾਏ ਨਾ ਤੇ ਬੰਦਾ ਕਹਿਣ ਲੱਗ ਪੈਂਦਾ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਇਹ ਦਿਖਾਈ ਨਹੀਂ ਪਿਆ ਦਾਗ ਲੱਗਿਆ ਹੋਇਆ, ਮੈਂ ਇਸ ਤਰ੍ਹਾਂ ਦੇ ਕੱਪੜੇ ਪਾਵਾਂਗਾ, ਇਸ ਤਰ੍ਹਾਂ ਦੇ ਬਸਤਰ ਪਾਵਾਂਗਾ। ਦਰਜੀ ਨੂੰ ਵੀ ਅਸੀਂ ਸਿਲਾਈ ਕਰਨ ਤੋਂ ਪਹਿਲੇ ਕਹਿ ਦਿੰਦੇ ਹਾਂ ਬਈ ਦੇਖਣਾ ਸੱਜਣਾ ਉਹ ਮਸ਼ੀਨ ਦੇ ਤੇਲ ਦੇ ਦਾਗ ਨਾ ਲੱਗ ਜਾਣ। ਤੇ ਅਗਲਾ ਵੀ ਕਹਿੰਦਾ ਵੀ ਨਹੀਂ ਮੈਂ ਧਿਆਨ ਰੱਖਾਂਗਾ, ਦਾਗ ਨਹੀਂ ਲੱਗੇਗਾ। ਦਾਗਦਾਰ ਕੋਈ ਚੀਜ਼ ਕਾਬਲੇ ਕਬੂਲ ਨਹੀਂ ਹੈ, ਮੈਲੀ ਕੋਈ ਚੀਜ਼ ਕਾਬਲੇ ਕਬੂਲ ਨਹੀਂ ਹੈ। ਤੁਸੀਂ ਸਭ ਤੋਂ ਪਹਿਲਾਂ ਬਸਤਰ ਪਹਿਨਣ ਲੱਗੇ ਇਹੀ ਦੇਖਦੇ ਹੋ ਮੈਲੇ ਤਾਂ ਨਹੀਂ। ਜਿਸ ਬਿਸਤਰੇ ਤੇ ਆਰਾਮ ਕਰਨਾ ਮੈਲਾ ਤੇ ਨਹੀਂ। ਤੇ ਦੂਰ ਕਿਉਂ ਜਾਈਏ, ਪੈਰਾਂ ਦੀ ਜੁੱਤੀ ਵੱਲ ਵੀ ਦੇਖਦੇ ਆ ਵੀ ਮੈਲੀ ਤਾਂ ਨਹੀਂ, ਸਾਫ਼ ਤੇ ਹੈ। ਪਰ ਸਾਧ ਸੰਗਤ ਕਿਤਨੀ ਵੱਡੀ ਸਾਡੀ ਅਗਿਆਨਤਾ ਹੈ, ਅਹਿਮਕਪਣਾ ਹੈ। ਕਦੀ ਮਨ ਵੱਲ ਨਹੀਂ ਦੇਖਦੇ ਵੀ ਮੈਲਾ ਤੇ ਨਹੀਂ, ਕਿਧਰੇ ਕਿਧਰੇ ਮੈਲ ਆਲੂਦਾ ਤੇ ਨਹੀਂ। ਫਿਰ ਜੇ ਇਸ ਪਾਸੇ ਦ੍ਰਿਸ਼ਟੀ ਜਾਵੇ, ਸੁਰਤ ਜਾਵੇ, ਤਾਂ ਫਿਰ ਸਮਝ ਆਵੇਗੀ ਮੈਲ ਹੈ ਕਿਹੜੀ। ਮਹਾਰਾਜ ਕਹਿੰਦੇ ਨੇ ਹਉਮੈ ਹੈ ਤੇ ਤੇਰਾ ਮਨ ਮੈਲਾ ਹੈ। ਤੇ ਜੇ ਮਨ ਮੈਲਾ ਹੈ
ਫਿਰ ਸਾਧ ਸੰਗਤ ਸਭ ਕੁਝ ਹੀ ਮੈਲਾ ਹੈ। ਮਨ ਮੈਲਾ ਹੈ, ਰਿਸ਼ਤਾ ਮੈਲਾ ਹੈ, ਰਿਸ਼ਤਾ ਪਵਿੱਤਰ ਨਹੀਂ ਹੋ ਸਕਦਾ। ਦੋ ਬੜੇ ਗਹਿਰੇ ਮਿੱਤਰ ਦਾ ਹੋਣ ਦਾ ਪ੍ਰਗਟਾਵਾ ਕਰਦੇ ਨੇ, ਪਰ ਮਨ ਵਿੱਚ ਸ਼ੰਕਾ ਹੈ ਤੇ ਫਿਰ ਮਨ ਮੈਲਾ ਹੈ, ਦੋਸਤੀ ਮੈਲੀ। ਜੈਸੇ ਮੇਰੇ ਹੱਥ ਅਗਰ ਮੈਲੇ ਹੋਣ ਤੇ ਜਿਤਨੀ ਮਰਜ਼ੀ ਪਵਿੱਤਰ ਵਸਤੂ ਮੈਨੂੰ ਪਕੜਾ ਦਿਓ, ਉਹ ਮੈਲੀ ਹੋ ਜਾਏਗੀ। ਸਾਹਿਬ ਜੀ ਨੇ ਬਾਣੀ ਅੰਦਰ ਖੁਲਾਸਾ ਕੀਤਾ, ਬਾਣੀ ਸਿੱਖ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਹਿੰਦੇ ਨੇ ਮਨ ਮੈਲੇ ਸਭ ਕਿਸ ਮੈਲਾ। ਰਾਜ ਸਿੰਘਾਸਣ ਤੇ ਬੈਠਾ ਹੋਇਆ, ਇਹਦਾ ਰਾਜ ਕਰਨ ਦਾ ਤਰੀਕਾ ਮੈਲਾ ਹੋਵੇਗਾ। ਇਹ ਮੈਲਾ ਕੀ ਹੈ? ਇਹ ਧੜਿਆਂ ਨਾਲ ਜੁੜਿਆ ਹੋਵੇਗਾ, ਹੰਕਾਰੀ ਹੋਵੇਗਾ, ਵਿਕਾਰੀ ਹੋਵੇਗਾ, ਆਪਣਿਆਂ ਦਾ ਵਿਰੋਧੀ ਹੋਵੇਗਾ। ਕਿਉਂਕਿ ਜੇ ਮਨ ਵਿੱਚ ਹਉਮੈ ਦੀ ਮੈਲ ਹੈ, ਫਿਰ ਸਭ ਕੁਛ ਹੀ ਮੈਲਾ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਬਾਹਰੋਂ ਬੜਾ ਸੋਹਣਾ ਸੋਹਣੇ ਕੱਪੜੇ ਪਾ ਕੇ ਨਹਾ ਧੋ ਕੇ ਬੈਠਾ ਹੈ, ਪਰ ਮਨ ਵਿੱਚ ਤੇ ਮੈਲ ਹੈ। ਮੈਲ ਆਲੂਦਾ ਵਿਚਾਰ ਨੇ। ਮਹਾਰਾਜ ਕਹਿੰਦੇ ਨੇ ਪੁਰਖਾ ਬਿਨਾਂ ਗੁਰੂ ਦੇ ਨਾਮ ਨਾਲ ਜੁੜਿਆ ਹਉਮੈ ਦੀ ਮੈਲ ਨਹੀਂ ਚੁੱਕਤਾ ਹੁੰਦੀ, ਇਹ ਨਹੀਂ ਮੁੱਕਦੀ। ਤੇ ਜਿਤਨੀ ਦੇਰ ਇਹ ਨਾ ਮੁੱਕੀ, ਨਾਮ ਨਾਲ ਪਿਆਰ ਨਹੀਂ ਬਣ ਸਕਣਾ। ਹਉਮੈ ਮੈਲ ਨਾ ਚੁੱਕਈ, ਨਾਮ ਨਾ ਲੱਗੇ ਪਿਆਰ। ਦੁਨੀਆ ਨਾਲ ਹੀ ਨੇੜਤਾ ਬਣੀ ਰਹੇਗੀ, ਪਦਾਰਥਾਂ ਨਾਲ, ਪਦਵੀਆਂ ਨਾਲ ਨੇੜਤਾ ਬਣੀ ਰਹੇਗੀ, ਨਾਮ ਨਾਲ ਨਹੀਂ ਬਣੇਗੀ। ਬੜੇ ਗਹਿਰੇ ਬੋਲ ਹਨ ਸਤਿਗੁਰੂ ਜੀ ਦੇ। ਇੱਕ ਆਪੇ ਬਖਸ ਮਿਲਾਇਆ ਨ, ਦੁਬਿਧਾ ਤਜ ਵਿਕਾਰ। ਕੁਝ ਐਸੇ ਨੇ ਜਿਨ੍ਹਾਂ ਤੇ ਗੁਰੂ ਦੀ ਮਿਹਰਮਤ ਹੋ ਜਾਂਦੀ ਹੈ, ਜਪਦਿਆਂ ਜਪਦਿਆਂ। ਹੁੰਦੀ ਜਪਣ ਨਾਲ ਹੀ, ਵੈਸੇ ਨਹੀਂ ਹੁੰਦੀ। ਐਸੇ ਪੁਰਖਾਂ ਦਾ ਮੇਲ ਹੋਵੇ ਤਾਂ ਹੀ ਤੇ ਅਸੀਂ ਤਰਲਾ ਲੈਂਦੇ ਹਾਂ, ਹਾੜਾ ਪਾਉਂਦੇ ਹਾਂ ਮਹਾਰਾਜ ਦੇ ਚਰਨਾਂ 'ਚ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ। ਕਿਸੇ ਦਿਨ ਇਹ ਤਰਲਾ ਦਿਲੋਂ ਹੋ ਜਾਏ, ਫਿਰ ਮਹਾਰਾਜ ਕਹਿੰਦੇ ਨੇ ਗੁਰੂ ਆਪ ਹੀ ਕਿਰਪਾ ਕਰਦਾ। ਇੱਕ ਆਪੇ ਬਖਸ਼ ਮਿਲਾਇਨ। ਕੁਝ ਐਸੇ ਨੇ ਜਿਨ੍ਹਾਂ ਨੂੰ ਬਖਸ਼ਿਸ਼ ਦੇ ਕੇ, ਨਿਵਾਜ਼ ਕੇ, ਝੋਲੀ ਭਰ ਕੇ ਮਿਲਾ ਲੈਂਦਾ ਹੈ। ਹਾਂਜੀ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਸਤਿਗੁਰ ਹੇਤ ਪਿਆਰ। ਉਹਨਾਂ ਦੇ ਅੰਦਰੋਂ ਦੁਬਿਧਾ ਤੇ ਵਿਕਾਰਾਂ ਦਾ ਨਾਸ਼ ਹੋ ਜਾਂਦਾ, ਜਿਨ੍ਹਾਂ ਤੇ ਪ੍ਰਭੂ ਬਖਸ਼ਿਸ਼ ਕਰ ਦਿੰਦਾ ਹੈ, ਝੋਲੀ ਭਰ ਦਿੰਦਾ ਹੈ। ਉਹਨਾਂ ਦੀ ਮੰਗ ਵੀ ਨਾਮ ਦੀ ਬਣ ਜਾਂਦੀ ਹੈ, ਪਰ ਸਾਧ ਸੰਗਤ ਬਣਦੀ ਵਿਰਲਿਆਂ ਦੀ। ਸਾਡੇ ਪਰਿਵਾਰਾਂ ਵਿੱਚ ਬੜੇ ਅਖੰਡ ਪਾਠ ਹੁੰਦੇ ਨੇ, ਮੁਬਾਰਕ ਹੈ। ਸਮਾਗਮ ਹੁੰਦੇ ਨੇ, ਮੁਬਾਰਕ ਹੈ। ਤੇ ਹਰ ਪਾਠ ਨਾਲ ਕੋਈ ਸੰਸਾਰੀ ਮੰਗ ਵੀ ਜੁੜੀ ਹੁੰਦੀ। ਮਹਾਰਾਜ ਇਹ ਮਿਲ ਜਾਏ, ਇਹ ਮਿਲ ਜਾਏ, ਇਹ ਪ੍ਰਾਪਤ ਹੋ ਜਾਏ। ਇਹ ਹੁਣ ਬੱਚਾ ਸਾਡਾ ਇਹ ਐਗਜ਼ਾਮ ਕਲੀਅਰ ਕਰ ਲਵੇ, ਗੁਰੂ ਉਹ ਵੀ ਦੇ ਦਿੰਦਾ ਹੈ, ਪਰ ਮੇਰੇ ਦੇਖਣ 'ਚ ਨਹੀਂ ਆਇਆ। ਜੇ ਤੁਹਾਡੇ ਦੇਖਣ 'ਚ ਆਇਆ ਹੋਵੇ ਤੇ ਬਾਅਦ 'ਚ ਦੱਸ ਦੇਣਾ। ਕਿਸੇ ਨੇ ਅਖੰਡ ਪਾਠ ਇਸ ਲਈ ਕਰਾਇਆ ਹੋਵੇ ਕਿ ਇਹ ਗੁਰੂ ਪਾਤਸ਼ਾਹ ਮੈਨੂੰ ਅੰਮ੍ਰਿਤ ਦੀ ਦਾਤ ਮਿਲ ਜਾਏ, ਮੇਰੇ ਮਨ 'ਚੋਂ ਦੁਬਿਧਾ ਦਾ ਨਾਸ਼ ਹੋ ਜਾਏ। ਜਿਨ੍ਹਾਂ ਤੇ ਬਖਸ਼ਿਸ਼ ਹੋ ਜਾਂਦੀ, ਕਾਬੇ ਬਖਸ਼ ਮਿਲਾਇਨ, ਦੁਬਿਧਾ ਤਜ ਵਿਕਾਰ। ਉਹਨਾਂ ਦੇ ਅੰਦਰੋਂ ਅਹੰਕਾਰ ਦਾ ਤਿਆਗ ਹੋ ਜਾਂਦਾ ਹੈ। ਦੁਬਿਧਾ ਦੁਚਿੱਤੇ ਬਣਦਾ, ਅਵਿਸ਼ਵਾਸ ਬਣਦਾ ਨਾਸ਼ ਹੋ ਜਾਂਦਾ ਹੈ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ। ਬੜਾ ਗਹਿਰਾ ਬਚਨ ਹੈ। ਗੁਰੂ ਦਾ ਦਰਸ਼ਨ ਕੀਤਾ, ਗੁਰੂ ਦੇ ਬਚਨਾਂ ਨਾਲ ਵਿਚਾਰਾਤਮਕ ਸਾਂਝ ਬਣੀ ਤੇ ਫਿਰ ਮਰ ਗਏ। ਮਰ ਜਾਣ ਤੋਂ ਮੁਰਾਦ ਹੈ ਮੁਰਦਾ ਹੋ ਗਏ। ਮੁਰਦਾ ਜਿਵੇਂ ਆਪਣੇ ਆਪ ਨਹੀਂ ਨਾ ਹਿਲਦਾ,
ਉਹਦਾ ਆਪਣਾ ਕੋਈ ਬਲ ਨਹੀਂ ਹੁੰਦਾ, ਆਪਣਾ ਕੋਈ ਵਿਚਾਰ ਨਹੀਂ ਹੁੰਦਾ, ਆਪਣੀ ਕੋਈ ਖਾਹਿਸ਼ ਨਹੀਂ ਹੁੰਦੀ। ਇਸ ਤਰ੍ਹਾਂ ਫਿਰ ਸਾਰੀਆਂ ਖਾਹਿਸ਼ਾਂ ਗੁਰੂ ਨਾਲ ਹੀ ਜੁੜ ਗਈਆਂ। ਮਹਾਰਾਜ ਦੇ ਚਰਨਾਂ 'ਚ ਬਥੇਰੇ ਆਉਂਦੇ ਨੇ, ਬਾਬਾ ਬੁੱਢਾ ਵੀ ਆਏ। 22 ਪਿੰਡਾਂ ਦੀ ਜਾਗੀਰ ਦੇ ਮਾਲਕ, ਪਰ ਜਿਉਂ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖਿਆ ਫਿਰ ਝੁਕਿਆ ਨਹੀਂ ਸਾਰੀ ਜ਼ਿੰਦਗੀ, ਆਪਣਾ ਆਪਾ ਖਤਮ ਹੀ ਕਰ ਦਿੱਤਾ। ਬਹੁਤ ਆਏ, ਮੁਬਾਰਕ ਹੈ, ਝੋਲੀਆਂ ਭਰੀਆਂ, ਕੌੜੇ ਰੇਠਿਆਂ ਵਰਗਿਆਂ ਦਾ ਹਿਰਦਾ ਮਿਠਾਸ ਨਾਲ ਭਰਿਆ। ਪਰ ਸਾਧ ਸੰਗਤ ਇੱਕ ਭਾਈ ਲਹਿਣਾ ਵੀ ਆਏ। ਜੀਵਨ ਦੇ ਮਹਾਰਾਜ ਦੇ ਆਖਰੀ 7 ਸਾਲਾਂ ਦੌਰਾਨ ਭਾਈ ਲਹਿਣਾ ਆਏ ਤੇ ਫਿਰ ਗੁਰੂ ਚਰਨਾਂ ਵਿੱਚ ਲੀਨ ਹੀ ਹੋ ਗਏ, ਮੁੱਕ ਗਏ, ਸਮਾਪਤ ਹੋ ਗਏ। ਕਈਆਂ ਨੇ ਦੇਖਿਆ ਵੀ ਲਹਿਣਾ ਤਾਂ ਪਹਿਲੇ ਕੁਝ ਕਹਿੰਦਾ ਵੀ ਸੀ, ਪਰ ਹੁਣ ਤੇ ਲਹਿਣਾ ਕੁਝ ਬੋਲਦਾ ਹੀ ਨਹੀਂ ਹੈ। ਹੁਣ ਤੇ ਲਹਿਣੇ ਦੀ ਕੋਈ ਇੱਛਾ ਹੀ ਨਹੀਂ ਹੈ, ਹੁਣ ਤਾਂ ਲਹਿਣੇ ਦਾ ਕੋਈ ਘਰ ਹੀ ਨਹੀਂ ਹੈ। ਗੁਰੂ ਨਾਨਕ ਨੇ ਕਹਿ ਵੀ ਦਿੱਤਾ, ਲਹਿਣਿਆਂ ਕੁਝ ਧਨ ਲੈਣ ਆਏ, ਰੁਪਏ ਪੈਸੇ, ਸੋਨਾ ਚਾਂਦੀ, ਹੀਰੇ ਜਵਾਹਰਾਤ, ਦੁਨੀਆ ਦੀਆਂ ਚੀਜ਼ਾਂ ਲੈਣ ਆਏ ਤੇ ਲੈ ਕੇ ਆਪਣੇ ਘਰ ਗਏ, ਤੂੰ ਕਿਉਂ ਨਹੀਂ ਜਾਂਦਾ? ਤੇ ਭਾਈ ਲਹਿਣਾ ਜ਼ਾਰ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਏ। ਆਖਿਆ, ਗੁਰੂ ਪਾਤਸ਼ਾਹ, ਜਿਨ੍ਹਾਂ ਦਾ ਘਰ ਹੈ ਉਹ ਆਪਣੇ ਘਰ ਗਏ, ਮੇਰਾ ਤੇ ਘਰ ਤੂੰ ਹੀ ਹੈ ਤੇ ਮੈਂ ਕਿੱਥੇ ਜਾਵਾਂਗਾ? ਅਸੀਂ ਬੜੀ ਦਫਾ ਆਪਣੇ ਟਿਕਾਣੇ ਬਦਲਦੇ ਹਾਂ। ਕਈਆਂ ਨੇ ਸ਼ਹਿਰ ਬਦਲੇ, ਨਗਰ ਬਦਲੇ, ਮਕਾਨ ਬਦਲੇ, ਪਰ ਮੁਰਦਾ ਕਦੀ ਕਬਰ ਬਦਲਦਾ? ਕਦੀ ਕਿਸੇ ਦੇਖਿਆ ਬਈ ਕਬਰ ਚੋਂ ਨਿਕਲ ਕੇ ਫਿਰ ਗੁਆਂਢੀ ਮੁਰਦੇ ਦੀ ਕਬਰ 'ਚ ਗਿਆ ਹੋਵੇ? ਉਹ ਆਪਣੇ ਉਹਦਾ ਜਿਹੜਾ ਟਿਕਾਣਾ ਉੱਥੇ ਹੀ ਰਹਿੰਦਾ ਹੈ, ਉੱਥੇ ਹੀ ਖਤਮ ਹੋ ਜਾਂਦਾ ਹੈ। ਭਾਈ ਲਹਿਣਾ ਆਖਣ ਲੱਗੇ, ਹੈ ਗੁਰੂ ਪਾਤਸ਼ਾਹ, ਮੇਰਾ ਟਿਕਾਣਾ ਤੇਰੇ ਬਿਨਾ ਹੋਰ ਹੈ ਹੀ ਕੋਈ ਨਹੀਂ। ਤੇ ਗੁਰੂ ਨੇ ਵੀ ਗਲ ਨਾਲ ਲਾ ਲਿਆ। ਗੁਰੂ ਨਾਨਕ ਆਖਣ ਲੱਗੇ, ਲਹਿਣਿਆ, ਜੇ ਤੇਰਾ ਟਿਕਾਣਾ ਮੇਰੇ ਬਿਨਾ ਨਹੀਂ, ਫਿਰ ਮੇਰਾ ਟਿਕਾਣਾ ਤੇਰੇ ਬਿਨਾ ਹੀ ਨਹੀਂ ਹੈਗਾ। ਕਿਤਨੇ ਗਹਿਰੇ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ, ਮਰ ਕੇ ਮੁੱਕ ਗਏ ਤੇ ਮਿਲ ਗਏ। ਸਤਿਗੁਰ ਹੇਤ ਪਿਆਰ, ਉਹਨਾਂ ਦਾ ਹਿੱਤ, ਉਹਨਾਂ ਦਾ ਪ੍ਰੇਮ ਗੁਰੂ ਨਾਲ ਜੁੜ ਗਿਆ। ਮਹੱਲਾ ਤੀਜਾ। ਸਤਿਗੁਰੂ ਨਾ ਸੇਵਿਓ, ਮੂਰਖ ਅੰਧ ਗਵਾਰ। ਬਹੁਤ ਸਾਰੇ ਐਸੇ ਮੂਰਖ ਨੇ ਜਿਨ੍ਹਾਂ ਕੋਲ ਇਹ ਦ੍ਰਿਸ਼ਟੀ ਨਹੀਂ, ਨਾ ਸਮਝ ਨੇ, ਛੋਟੀ ਸਮਝ ਰੱਖਣ ਵਾਲੇ, ਜਿਨ੍ਹਾਂ ਕੋਲ ਗੁਰੂ ਨਾਨਕ ਵਰਗਾ ਗੁਰੂ ਹੋਵੇ ਤੇ ਉਹਦੇ ਨਾਲ ਜੁੜਨ ਨਾ। ਸੇਵਾ ਦਾ ਮਤਲਬ ਸਿਰਫ ਝਾੜੂ ਲਾਉਣਾ, ਪੋਛਾ ਲਾਉਣਾ, ਭਾਂਡੇ ਮਾਂਜਣਾ ਨਹੀਂ ਹੈ ਸੇਵਾ ਦਾ ਅੰਗ। ਇਹ ਸੇਵਾ ਦਾ ਇੱਕ ਅੰਗ ਹੈ, ਪਰ ਗੁਰੂ ਦੀ ਸੇਵਾ ਹੈ ਗੁਰੂ ਦੀ ਆਗਿਆ ਨੂੰ ਮੰਨ ਲੈਣਾ, ਗੁਰੂ ਦੇ ਬਚਨਾਂ ਨੂੰ ਮੰਨ ਲੈਣਾ, ਗੁਰੂ ਵਿੱਚ ਲੀਨਤਾ ਪ੍ਰਾਪਤ ਕਰ ਲੈਣੀ। ਬੜੇ ਮਹਾਂ ਸ਼ਬਦ ਨੇ ਮੇਰੇ ਪਾਤਸ਼ਾਹ ਜੀ ਦੇ। ਗੁਰੂ ਨੂੰ ਤਾਂ ਸੇਵਿਆ ਨਹੀਂ, ਭਾਵ ਮੰਨਿਆ ਨਹੀਂ, ਤੇ ਫਿਰ ਇਹਨਾਂ ਨੂੰ ਸਿਆਣੇ ਆਖੋਗੇ? ਦੁਨੀਆ 'ਚ ਬੜੀਆਂ ਡਿਗਰੀਆਂ ਨੇ ਸਿਆਣਿਆਂ ਦੀਆਂ, ਬਈ ਇਹ PhD ਹੈ, MA ਹੈ, ਬੈਚਲਰ ਹੈ, ਬੜੀਆਂ ਡਿਗਰੀਆਂ ਨੇ। ਪਰ ਸੱਚ ਜਾਣਨਾ, ਮਹਾਰਾਜ ਕਹਿੰਦੇ ਨੇ, ਜੇ ਇਹ ਪੜ੍ਹਿਆ ਲਿਖਿਆ ਹੋ ਕੇ ਵੀ ਤੇਰੀ ਸ਼ਾਮ ਸ਼ਰਾਬ ਨਾਲ ਸ਼ੁਰੂ ਹੁੰਦੀ ਹੈ, ਫਿਰ ਤੂੰ ਮੂਰਖ ਗਵਾਰ ਨਹੀਂ ਤੇ ਹੋਰ ਕੀ ਹੈਗਾ। ਦੁੱਖ ਦੀ ਗੱਲ ਹੈ, ਵੱਡੇ ਸਿੰਘਾਸਣਾਂ ਤੇ ਬੈਠੇ ਲੋਕ, ਬੜੇ ਲਾਇਰ, ਬੜੇ ਮੈਜਿਸਟ੍ਰੇਟ, ਤੇ ਸ਼ਾਮ ਸ਼ਰਾਬ ਨਾਲ ਸ਼ੁਰੂ ਹੁੰਦੀ। ਤੇ ਬੜੇ ਧਰਮ ਦੇ ਠੇਕੇਦਾਰ, ਤੇ ਉਹਨਾਂ ਦੇ ਪਰਿਵਾਰ ਵਿੱਚ ਸ਼ਰਾਬ ਦੀ ਸਮਗਲਿੰਗ ਹੁੰਦੀ, ਨਸ਼ਿਆਂ ਦੀ ਤਸਕਰੀ ਕਰਦੇ ਨੇ। ਤੇ ਫਿਰ ਮੂਰਖ ਗਵਾਰ ਨਹੀਂ ਹੈਗੇ ਤੇ ਹੋਰ ਕੀ ਹੈਗੇ? ਕੀ ਆਖੋਗੇ? ਬੜੇ ਸਿਆਣੇ ਨੇ। ਮਹਾਰਾਜ ਜੀ ਦੇ ਬਚਨ ਬੜੇ ਗਹਿਰੇ ਨੇ। ਕਹਿੰਦੇ ਨੇ, ਐਸੇ ਲੋਕ
ਦ੍ਰਿਸ਼ਟੀ ਤੋਂ ਬਾਧਿਤ ਹਨ, ਮੂਰਖ ਹਨ, ਗਵਾਰ ਹਨ। ਦੂਜੇ ਭਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ। ਫਿਰ ਦੁਬਿਧਾ ਵਿੱਚ ਪਏ ਹੋਏ ਨੂੰ, ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਕਰਨ ਲਈ ਅੰਧੇ ਹੋਏ ਨੂੰ ਹੋਰ ਜ਼ਿਆਦਾ ਦੁੱਖ ਹੀ ਬਣਦਾ ਹੈ। ਬੜੀਆਂ ਲਾਸ਼ਾਂ ਦੇ ਢੇਰ ਲਗਾ ਕੇ ਇੱਕ ਪਦਵੀ ਲਈ ਸੀ ਤੇ ਉਹ ਪਦਵੀ ਜਾਂਦੀ ਰਹੀ ਤੇ ਫਿਰ ਦੁੱਖ ਹੋ ਗਿਆ। ਹੋਰ ਕੀ ਹੋਇਆ? ਬੜੇ ਬੜੇ ਰਾਜੇ ਮਹਾਰਾਜੇ ਫਾਂਸੀ ਤੇ ਲਟਕਾਏ ਗਏ, ਦੁੱਖ ਨਾ ਹੋਇਆ ਤੇ ਕੀ ਹੋਇਆ? ਉਹਨਾਂ ਦੇ ਕਤਲ ਹੋਏ, ਦੁੱਖ ਨਾ ਹੋਇਆ ਤੇ ਕੀ ਹੋਇਆ? ਮਹਾਰਾਜ ਕਹਿੰਦੇ ਥੋੜਾ ਬਹੁਤਾ ਦੁੱਖ ਨਹੀਂ, ਅਤ ਦੁੱਖ, ਭਿਆਨਕ ਦੁੱਖ ਉਹਨਾਂ ਨੂੰ ਸਹਿਣਾ ਪਿਆ। ਤੇ ਮਨ ਜਿਹੜਾ ਸੀ ਦੂਜੇ ਭਾਏ ਬਹੁਤ ਦੁੱਖ ਲੱਗਾ, ਜਲਤਾ ਕਰੇ ਪੁਕਾਰ, ਦੁੱਖ ਦੀ ਅੱਗ ਵਿੱਚ ਸੜਦਾ ਹੋਇਆ ਹੁਣ ਹਾੜੇ ਕੱਢਦਾ ਪਿਆ ਹੈ। ਜਿਨ ਕਾਰਨ ਗੁਰੂ ਵਿਸਾਰਿਆ, ਸੇ ਨਾ ਉਪਕਰੇ ਅੰਤੀ ਵਾਰ। ਤੇ ਜਿਨ੍ਹਾਂ ਆਪਣੇ ਸਮਝਦਾ ਸੀ, ਜਿਨ੍ਹਾਂ ਨੂੰ ਉਹਨਾਂ ਕਰਕੇ ਗੁਰੂ ਨੂੰ ਹੀ ਵਿਸਾਰ ਦਿੱਤਾ। ਭਾਵ ਗੁਰੂ ਦੀ ਮਰਿਆਦਾ, ਗੁਰੂ ਦੀ ਮਹਾਨਤਾ, ਗੁਰੂ ਦੀ ਵਿਚਾਰਸ਼ੀਲਤਾ, ਉਸ ਨੂੰ ਭੁਲਾ ਦਿੱਤਾ ਤੇ ਉਹ ਮੁੜ ਕੇ ਬੋੜੇ ਹੀ ਕੋਈ ਨਹੀਂ। ਸੰਸਾਰ ਤੇ ਕੋਈ ਬੋੜਦਾ ਨਹੀਂ, ਕੋਈ ਲਾਗੇ ਨਹੀਂ ਆਉਂਦਾ, ਕਿਉਂਕਿ ਉੱਥੋਂ ਤੱਕ ਵਸ ਨਹੀਂ ਚੱਲਦਾ। ਹੁਣ ਕਿਸੇ ਦੀ ਮੌਤ ਆ ਜਾਏ ਤੇ ਕੋਈ ਵਸ ਚੱਲਦਾ ਹੈ? ਉਹ ਕੋਈ ਵੀ ਉਪਕਰ ਦਾ ਨਹੀਂ ਹੈ। ਨਾਨਕ ਗੁਰਮਤਿ ਸੁਖ ਪਾਇਆ, ਬਖਸ਼ੇ ਬਖਸ਼ਣਹਾਰ। ਪਾਰ ਬ੍ਰਹਮ ਪਰਮੇਸ਼ਵਰ ਦਾ ਹਿਰਦਾ ਵਿਸ਼ਾਲ ਹੈ। ਕੋਈ ਗੁਨਾਹ ਕੀਤੇ ਵੀ ਹੋਵਣ ਨਾ ਤੇ ਆ ਕੇ ਫਿਰ ਮਾਫੀ ਮੰਗੇ, ਗੁਰੂ ਮੈਂ ਭੁੱਲ ਗਿਆ, ਮੇਰੇ ਕੋਲੋਂ ਗਲਤੀ ਹੋਈ, ਅੱਗੇ ਤੋਂ ਮੈਨੂੰ ਸਮਤ ਬਖਸ਼ ਦੇ। ਤੇ ਮਹਾਰਾਜ ਕਹਿੰਦੇ ਨੇ ਗੁਰੂ ਉਹਨੂੰ ਬਖਸ਼ ਵੀ ਲੈਂਦਾ ਹੈ। ਗੁਰੂ ਦੀ ਮੱਤ ਅਨੁਸਾਰ ਚੱਲਣ ਲੱਗ ਪਵੇ ਤੇ ਮਹਾਨ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ। ਨਾਨਕ ਗੁਰਮਤਿ ਸੁਖ ਪਾਇਆ, ਕਿਉਂਕਿ ਉਹ ਬਖਸ਼ਣਹਾਰ, ਬਖਸ਼ ਦਿੰਦਾ ਹੈ। ਪੌੜੀ ਤੂੰ ਆਪੇ ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। हे ਪਾਰ ਬ੍ਰਹਮ ਪਰਮੇਸ਼ਵਰ, ਤੇਰੇ ਬਿਨਾ ਕੋਈ ਹੈ ਹੀ ਨਹੀਂ। ਤਿੰਨਾਂ ਕਾਲਾਂ ਵਿੱਚ, ਭੂਤ ਭਵਿਸ਼ ਵਰਤਮਾਨ, ਪਾਤਾਲ ਆਕਾਸ਼ ਮਾਤਲੋਕ, ਤੇਰੇ ਬਿਨਾ ਕੋਈ ਹੋਰ ਹੈ ਹੀ ਨਹੀਂ। ਜੇ ਕੋਈ ਦੂਜਾ ਹੋਵੇ ਤੇਰੇ ਵਰਗਾ ਸੁਖ ਦੇਣ ਵਾਲਾ, ਆਨੰਦ ਦੇਣ ਵਾਲਾ, ਤਾਂ ਫਿਰ ਆਖੀਏ ਵੀ ਕੋਈ ਹੋਰ ਵੀ ਹੈਗਾ ਹੈ। ਕੋਈ ਹੋਰ ਹੈ ਨਹੀਂ, ਇਸ ਲਈ ਆਖਿਆ ਨਹੀਂ ਜਾ ਸਕਦਾ। ਹਰ ਆਪੇ ਬੋਲੇ ਆਪ ਬੁਲਾਵੇ, ਹਰ ਆਪੇ ਜਲ ਥਲ ਰਵ ਰਹੀਐ। ਇਹ ਪਾਰ ਬ੍ਰਹਮ ਪਰਮੇਸ਼ਵਰ, ਸਾਰੇ ਜੀਵਾਂ ਵਿੱਚ ਤੂੰ ਆਪ ਹੀ ਬੋਲ ਰਿਹਾ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਬੜੇ ਸੋਹਣੇ ਦੋ ਬੋਲ ਨੇ ਸਮਝ ਤਬਰੇਜ਼ ਦੇ। ਉਹ ਕਹਿੰਦਾ ਮਨ ਨਾ ਦਾਨਮ ਤੋ ਕੇ ਹਸਤੀ। ਹੇ ਖੁਦਾ, ਮੇਰੀ ਸਮਝ ਛੋਟੀ ਹੈ, ਮੈਨੂੰ ਨਹੀਂ ਪਤਾ ਲੱਗਦਾ ਕਿ ਤੇਰੀ ਹਸਤੀ ਕਿਤਨੀ ਵੱਡੀ ਹੈ। ਮਨ ਨਾ ਦਾਨਮ ਤੋ ਕੇ ਹਸਤੀ, ਪਰ ਤੇਰੀ ਨਜ਼ਰੇ ਇਨਾਇਤ ਦਾ ਸਦਕਾ ਮੈਨੂੰ ਇਤਨਾ ਪਤਾ ਚੱਲਿਆ ਹੈ ਕਿ ਹਰ ਕੇ ਹਸਤੀ ਤੋਂ ਅਸਤ, ਤੇਰੇ ਬਿਨਾ ਹੋਰ ਹਸਤੀ ਹੈ ਕੋਈ ਨਹੀਂ। ਤੂੰ ਆਪ ਹੀ ਬੋਲਦਾ ਹੈ, ਆਪ ਹੀ ਬੁਲਾ ਰਿਹਾ ਹੈ ਤੇ ਜਲ ਤਲ ਵਿੱਚ ਨਿਵਾਸ ਕਰ ਰਿਹਾ ਹੈ। ਹਰ ਆਪੇ ਮਾਰੈ, ਹਰ ਆਪੇ ਛੋੜੈ, ਮਨ ਹਰ ਸਰਨੀ ਪੜ ਰਹੀਐ। ਮੇਰੇ ਮਨ ਪਰਮਾਤਮਾ ਦੇ ਹੁੰਦਿਆਂ ਤੂੰ ਫਿਕਰ ਤਾਂ ਨਾ ਕਰ, ਚਿੰਤਾ ਤੇ ਨਾ ਕਰ, ਕਿਉਂਕਿ ਆਪ ਹੀ ਸਾਰੀ ਖੇਡ ਵਰਤਾ ਰਿਹਾ ਹੈ, ਆਪ ਹੀ ਮਾਰ ਰਿਹਾ ਹੈ, ਆਪ ਹੀ ਛੱਡ ਰਿਹਾ ਹੈ। ਗੁਨਾਹਾਂ ਦੀ ਸਜ਼ਾ ਵੀ ਆਪ ਹੀ ਦੇ ਰਿਹਾ ਹੈ ਤੇ ਗੁਨਾਹਾਂ ਦੀ ਮਾਫੀ ਵੀ ਆਪ ਹੀ ਦੇ ਰਿਹਾ ਹੈ। ਇਸ ਲਈ ਉਹਦੀ ਚਰਨ ਸ਼ਰਨ ਪਏ ਰਹਿਣਾ ਚਾਹੀਦਾ ਹੈ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ,
ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ। ਬੜਾ ਗਹਿਰਾ ਸ਼ਬਦ ਹੈ ਸੰਸਕ੍ਰਿਤ ਦਾ, ਨਿਹ ਸ਼ਲਯ ਭਾਵ ਘਾਵ ਜ਼ਖਮ ਪੀੜਾ ਵੇਦਨਾ, ਤੇ ਮਹਾਰਾਜ ਨੇ ਇੱਥੇ ਸ਼ਬਦ ਨਿਸਲ ਵਰਤਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ, ਫਰਮਾਨ ਕਰਦੇ ਨੇ, ਕਹਿੰਦੇ ਨੇ ਪਰਮਾਤਮਾ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਹੈ, ਨਾ ਕੋਈ ਸਾਹ ਦੇ ਸਕਦਾ ਹੈ। ਆਕਸੀਜਨ ਲੱਗਿਆ ਹੁੰਦਾ, ਲੋਕੀ ਮਰ ਜਾਂਦੇ ਨੇ, ਤੇ ਸਾਰਾ ਖੂਨ ਨਿਕਲ ਗਿਆ ਹੁੰਦਾ, ਤੜਪ ਰਿਹਾ ਹੁੰਦਾ, ਤੇ ਡਾਕਟਰ ਵੀ ਕਹਿੰਦਾ ਵੀ ਪਲਸ ਨਹੀਂ ਲੱਭਦੀ, ਫੇਰ ਉੱਠ ਕੇ ਬੈਠ ਜਾਂਦੇ ਨੇ। ਇਹਦਾ ਮਤਲਬ ਹੈ ਪਰਮਾਤਮਾ ਤੋਂ ਬਿਨਾਂ ਕੋਈ ਮਾਰਨ ਦਾ ਤੇ ਜਿਵਾਲਣ ਦਾ ਮਾਲਕ ਨਹੀਂ, ਇਹ ਸ਼ਕਤੀ ਨਹੀਂ ਰੱਖਦਾ। ਹਰ ਬਿਨ ਕੋਈ ਮਾਰ ਜਿਵਾਲ ਨਾ ਸਕੈ, ਉਸ ਗੁਰੂ ਨਾਲ ਹਰੀ ਪ੍ਰਭੂ ਨਾਲ ਜੁੜ ਕੇ ਮਨ ਹੋਏ ਨਿਚਿੰਦ, ਚਿੰਤਾ ਨਾ ਕਰ, ਐਵੇਂ ਗਮਾਂ ਦੀਆਂ ਘੁੰਮਣ ਘੇਰੀਆਂ 'ਚ ਨਾ ਪੈ, ਨਿਸਲ ਹੋਏ ਰਹੀ ਹੈ। ਭਾਵ ਨਿਸਲ ਦਾ ਮਤਲਬ ਹੁੰਦਾ ਵੀ ਚੌੜ ਚਪਟ ਹੋ ਕੇ ਸੌਂ ਜਾਣਾ, ਬੇਪਰਵਾਹ ਹੋ ਜਾਣਾ, ਪਰ ਹੋਵੇਗਾ ਉਹੀ ਜਿਹੜਾ ਨਾਮ ਨਾਲ ਜੁੜਿਆ ਹੋਇਆ, ਪ੍ਰਭੂ ਵਿੱਚ ਅਭੇਦਤਾ ਮਿਲੀ ਹੋਈ ਹੈ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਉੱਠਦਿਆਂ ਬਹਿੰਦਿਆਂ ਤੇ ਸੁੱਤਿਆਂ, ਇੱਥੋਂ ਹੀ ਮੈਂ ਪ੍ਰਾਰੰਭ ਕੀਤਾ ਸੀ ਮਹਾਰਾਜ ਦੇ ਚਰਨਾਂ ਦਾ ਆਸਰਾ ਲੈਂਦਿਆਂ ਹੋਇਆ, ਤੇ ਸਾਹਿਬ ਫਰਮਾਨ ਕਰਦੇ ਨੇ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਹੋਰ ਚਿੰਤਾ ਨਾ ਕਰ, ਫਿਕਰ ਨਾ ਕਰ, ਪਰਮਾਤਮਾ ਸਭ ਕੁਝ ਆਪ ਕਰ ਰਿਹਾ ਹੈ, ਬਸ ਤੂੰ ਨਾਮ ਜਪਿਆ ਕਰ। ਜਨ ਨਾਨਕ ਗੁਰਮੁਖ ਹਰ ਲਹੀਐ। ਫਿਰ ਇਸ ਤਰ੍ਹਾਂ ਗੁਰੂ ਦੁਆਰਾ ਗੁਰੂ ਨਾਲ ਜੁੜ ਕੇ, ਗੁਰੂ ਦੀ ਮਿਹਰ ਦੁਆਰਾ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਂਦੀ। ਜ਼ਿੰਦਗੀ ਦੀ ਮੰਜ਼ਲ, ਜ਼ਿੰਦਗੀ ਦੀ ਸਫਲਤਾ, ਜ਼ਿੰਦਗੀ ਦਾ ਲਕਸ਼ ਪ੍ਰਾਪਤ ਹੋ ਜਾਂਦਾ ਹੈ। ਅੱਗੇ ਸੁੱਧ ਸ਼ਬਦ ਮਹਾਰਾਜ ਨੇ ਲਿਖਿਆ, ਇਹ ਦੋ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ 'ਚ ਆਉਂਦਾ ਹੈ, ਖਾਸ ਕਰਕੇ ਵਾਰਾਂ ਦੀ ਸਮਾਪਨਤਾ ਤੇ ਸੁੱਧ ਕੀਚੈ। ਭਾਈ ਸਾਹਿਬ ਭਾਈ ਗੁਰਦਾਸ ਨੂੰ ਮਹਾਰਾਜ ਜੀ ਲਿਖਣ ਦੀ ਸੇਵਾ ਬਖਸ਼ਦੇ ਹਨ, ਤੇ ਫਿਰ ਨਾਲ ਕਹਿ ਦਿੰਦੇ ਨੇ ਵੀ ਸੁਧਾਈ ਕਰ ਲਵੋ, ਸੁੱਧ ਕੀਚੈ, ਸੂਚਨਾਰਥ ਸ਼ਬਦ ਹਨ ਇਹ। ਫਿਰ ਮਹਾਰਾਜ ਵਾਚ ਲੈਂਦੇ ਨੇ, ਦੇਖ ਲੈਂਦੇ ਨੇ, ਲਗ ਕੰਨਾ ਮਾਤਰ ਵੱਧ ਘੱਟ ਨਹੀਂ ਹੈ, ਤੇ ਫਿਰ ਕਹਿੰਦੇ ਨੇ ਸੁੱਧ ਹੈ, ਨਿਰੋਲ ਹੈ, ਇਹਦੇ ਵਿੱਚ ਕੁਝ ਕਮੀ ਨਹੀਂ ਹੈ। ਤੇ ਧੰਨ ਹਨ ਭਾਈ ਗੁਰਦਾਸ, ਗੁਰੂ ਰਸਨਾ ਤੋਂ ਨਿਕਲੇ ਹੋਏ ਬੋਲ, ਭਾਵੇਂ ਸੁੱਧ ਕੀਚੈ ਹੈ ਤੇ ਭਾਵੇਂ ਸੁੱਧ ਹੈ, ਉਹ ਵੀ ਨਾਲ ਦਰਜ ਕਰ ਦਿੰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ 'ਚ ਮਹਾਨ ਸ਼ਰਧਾ ਤੇ ਸਤਿਗੁਰੂ ਦੇ ਕੰਠ ਤੋਂ ਨਿਕਲੇ ਹੋਏ ਬੋਲਾਂ ਦਾ ਸਤਿਕਾਰ ਦਾ ਪ੍ਰਤੀਕ ਇਹ ਬੋਲ ਨਾਲ ਦਰਜ ਹੈਗੇ। ਬੜੇ ਗਹਿਰੇ ਬਚਨ ਹਨ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈ ਹੈ। ਨਾਮ ਸਦੀਵੀ ਹੈ, ਪਰਮਾਤਮਾ ਸਦਾ ਰਹਿਣ ਵਾਲਾ ਹੈ, ਇਸ ਲਈ ਉਸ ਨੂੰ ਜਪੀਏ ਤੇ ਫਿਰ ਪ੍ਰਾਪਤ ਇਹ ਹੋਵੇਗਾ, ਜਨ ਨਾਨਕ ਗੁਰਮੁਖ ਹਰ ਲਹੀ ਹੈ। ਇਸ ਤਰ੍ਹਾਂ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਸਾਹਿਬ ਮਿਹਰਾਂ ਕਰ ਦੇਵਣ, ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ ਹੈ। ਮੈਂ ਬਹੁਤ ਰੋਮ ਰੋਮ ਕਰਕੇ ਸ਼ੁਕਰਗੁਜ਼ਾਰ ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮਿਹਰ ਕਰਕੇ ਬੜੇ ਕੁਝ ਰੁਝੇਵੇਂ ਐਸੇ ਸਨ ਕਿ ਅੱਜ ਪਹੁੰਚਣਾ ਬਹੁਤ ਹੀ ਮੁਸ਼ਕਲ ਸੀ, ਪਰ ਫਿਰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਪ੍ਰਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਆਦੇਸ਼ ਪਹੁੰਚਿਆ ਵੀ ਪਹੁੰਚ ਜਾਣਾ, ਤਾਂ ਬੜੇ ਰੁਝੇਵੇਂ ਕਈ ਰੁਕਾਵਟਾਂ ਮਹਾਰਾਜ ਸੱਚੇ ਪਾਤਸ਼ਾਹ ਪਾਸੇ ਕਰਕੇ ਤੇ ਆਪ ਲੈ ਆਏ। ਆਉਣ ਵਾਲੀ 5 ਤਰੀਕ ਤੱਕ ਹਾਜ਼ਰੀ ਦਾ ਸਮਾਂ ਪ੍ਰਾਪਤ ਹੋਇਆ। ਵੱਧ ਚੜ ਕੇ ਆਪ ਸਾਰੇ ਪਹੁੰਚੋ। ਬੰਦੀ ਛੋੜ ਦਿਵਸ ਤੇ ਮਹਾਰਾਜ ਜੀ ਦੇ ਸ਼ੁਕਰਾਨੇ ਕਰਨ ਲਈ ਆਓ, ਤਾਂ ਕਿ ਸਾਡੇ ਜੀਵਨ ਦੇ ਬੰਧਨ ਵੀ ਛੁੱਟ ਜਾਵਣ ਤੇ ਸੰਸਾਰ 'ਚ ਬੰਧਨ ਵਿੱਚ ਰਵੇ ਵੀ ਕੋਈ ਨਾ। ਗੁਰੂ ਐਸੀ ਮਿਹਰ ਕਰੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ।
ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਨਾਲ ਸਾਂਝ ਬਣਾਈਏ, ਪੇਸ਼ਤਰ ਆਓ 2 ਪੰਕਤੀਆਂ ਦਾ ਪਾਠ ਮਿਲ ਕੇ ਕਰੀਏ। ਹਾਂਜੀ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਐ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਜਨ ਨਾਨਕ ਗੁਰਮੁਖ ਹਰ ਲਈਐ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।